ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਰੀਜ ਕਤਲ ਕੀਤੀ ਪੰਜਾਬਣ ਦੀ ਪਹਿਚਾਣ ਜਨਤਕ, ਪਤੀ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਅਪਡੇਟ, ਉਮੀਦਵਾਰਾਂ ਨੂੰ ਜਾਰੀ ਕੀਤੇ ਸੱਦੇ। ਘਰਾਂ ਦੀ ਯੋਜਨਾ ਬਾਰੇ ਮੇਅਰ ਨੇ ਕੀਤੇ ਬਦਲਾਵ, 2 ਲੱਖ ਤੋਂ ਵੱਧ ਘਰ ਬਣਾਉਣ ਦੀ ਹੈ ਯੋਜਨਾ। ਬ੍ਰਿਟਿਸ਼ ਕੋਲੰਬੀਆ ਵਿੱਚ ਫਲੂ ਕਾਰਨ 6 ਬੱਚਿਆਂ ਦੀ ਗਈ ਜਾਨ, ਹਾਲਾਤਾਂ ਨੂੰ ਦੇਖਦਿਆਂ ਟੀਕੇ ਲਗਾਉਣ ਦੀ ਸ਼ੁਰੂਆਤ। ਪਿਛਲੇ ਦਿਨੀ ਸਰੀ ਦੇ ਨਿਊਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਵਿੱਚ ਪੰਜਾਬੀ ਮੂਲ ਦੀ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਪੁਲਿਸ ਅਧਿਕਾਰੀਆਂ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਘਰੇਲੂ ਹਿੰਸਾ ਦੇ ਚੱਲਦਿਆਂ ਉਸਦੇ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਜਿਸ ਉੱਪਰ ਕਈ ਤਰ੍ਹਾਂ ਦੀ ਕਾਰਵਾਈ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਅੱਗੇ ਕੀਤੀ ਜਾ ਸਕਦੀ ਹੈ। ਜੋ ਪੀੜਤ ਹੈ ਉਸਦੀ ਪਹਿਚਾਣ ਵੀ ਪੁਲਿਸ ਵੱਲੋਂ ਸਾਂਝੀ ਕਰ ਦਿੱਤੀ ਗਈ। ਸਰੀ ਦੇ ਨਿਊਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਘਰ ਵਿੱਚ ਔਰਤ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਪੀੜਤ ਦੀ ਪਹਿਚਾਣ ਜਨਤਕ ਕੀਤੀ ਹੈ। ਇਸ ਪੀੜਤ ਦੀ ਪਹਿਚਾਣ ਹਰਪ੍ਰੀਤ ਕੌਰ ਦੇ ਉੱਪਰ ਦੱਸੀ ਗਈ, ਜੋ ਕਿ ਪੰਜਾਬੀ ਮੂਲ ਦੀ ਇੱਕ 40 ਸਾਲਾ ਔਰਤ ਹੈ। ਦੱਸੀਏ ਕਿ ਇਹ ਘਟਨਾ ਸਰੀ ਦੇ ਨਿਊਟਨ ਤੋਂ 7 ਦਸੰਬਰ ਦੌਰਾਨ ਸਾਹਮਣੇ ਆਈ, ਜਿੱਥੇ ਘਰ ਵਿੱਚ ਔਰਤ ਦੇ ਉੱਪਰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਇਸ ਔਰਤ ਦੇ ਪਤੀ ਨੂੰ ਹਿਰਾਸਤ ਵਿੱਚ ਲਿਆ, ਜਿਸ ਉੱਪਰ ਘਰੇਲੂ ਹਿੰਸਾ ਦੇ ਦੋਸ਼ ਲੱਗੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਪ੍ਰੀਤ ਕੌਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਕਿਉਂਕਿ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਇਹ ਮਾਮਲਾ 66 ਐਵੀਨਿਊ ਦੇ 12700 ਬਲਾਕ ਦੇ ਨਾਲ ਜੁੜਿਆ ਹੋਇਆ ਹੈ। ਆਈਹਿਟ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਹਨ ਤੇ ਨਾਲ ਹੀ ਉਹ ਕੁਝ ਅਜਿਹੇ ਵਿਅਕਤੀਆਂ ਦੀ ਵੀ ਭਾਲ ਕਰ ਰਹੇ ਨੇ ਜੋ ਇਸ ਘਟਨਾ ਨਾਲ ਜੁੜੇ ਹੋਏ ਹਨ। ਆਈਹਿਟ ਵੱਲੋਂ ਇਸ ਮਾਮਲੇ ਸੰਬੰਧੀ ਅਪੀਲ ਵੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 187755144448 ਦੇ ਉੱਪਰ ਕਾਲ ਕਰਕੇ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ, ਜਿੱਥੇ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜੋ 4 ਸੂਬਿਆਂ ਵੱਲੋਂ ਪੀਐਨਪੀ ਡਰਾ ਐਲਾਨ ਕੀਤੇ ਗਏ, ਉਸ ਦੀ ਆਈਆਰਸੀਸੀ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਇਹਨਾਂ ਪੀਐਨਪੀ ਡਰਾ ਦੇ ਤਹਿਤ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਦੇ 4 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇਹਨਾਂ 4 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾ ਕੱਢੇ ਗਏ ਤੇ ਕਈਆਂ ਨੂੰ ਸੱਦੇ ਦਿੱਤੇ ਗਏ ਹਨ। ਆਈਆਰਸੀਸੀ ਦੇ ਦੱਸਣ ਮੁਤਾਬਕ ਬ੍ਰਿਟਿਸ਼ ਕੋਲੰਬੀਆ, ਕਿਊਬੈਕ, ਮੈਨੀਟੋਬਾ ਤੇ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਪੀਐਨਪੀ ਡਰਾ ਐਲਾਨ ਕੀਤੇ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਊਬੈਕ ਸੂਬੇ ਦੀ। ਕਿਊਬੈਕ ਸੂਬੇ ਵੱਲੋਂ 1 ਦਸੰਬਰ ਨੂੰ ਇੱਕ ਡਰਾ ਐਲਾਨ ਕੀਤਾ ਗਿਆ, ਜਿਸ ਰਾਹੀਂ 998 ਉਮੀਦਵਾਰਾਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਜਿਹੜਾ ਡਰਾ ਕੱਢਿਆ ਗਿਆ, ਉੱਥੇ ਕੋਈ ਵੀ ਖਾਸ ਐਨਓਸੀ ਵਾਸਤੇ ਇਨਵੀਟੇਸ਼ਨ ਨਹੀਂ ਦਿੱਤੇ ਗਏ, ਪਰ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ ਮੌਂਟਰੀਅਲ ਮੈਟਰੋਪੋਲੀਟਨ ਕਮਿਊਨਿਟੀ ਤੋਂ ਬਾਹਰ ਦਾ ਜੌਬ ਆਫਰ ਹੋਵੇ ਤੇ ਨਾਲ ਹੀ ਉਹਨਾਂ ਨੂੰ 603 ਪੁਆਇੰਟਸ ਦੀ ਵੀ ਜ਼ਰੂਰਤ ਸੀ। 1 ਦਸੰਬਰ ਦੇ ਡਰਾ ਵਿੱਚ ਕੁਝ ਖਾਸ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹਨਾਂ ਉਮੀਦਵਾਰਾਂ ਕੋਲ 599 ਪੁਆਇੰਟਸ ਹੋਣੇ ਜ਼ਰੂਰੀ ਰਹੇ। ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 6 ਦਸੰਬਰ ਨੂੰ ਪੀਐਨਪੀ ਡਰਾ ਕੱਢਿਆ ਗਿਆ, ਜਿਸ ਵਿੱਚ ਉਹਨਾਂ ਨੇ 188 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ। 144 ਉਮੀਦਵਾਰ ਟਾਰਗੇਟਡ ਟੈਕ ਡਰਾ ਦੇ ਨਾਲ ਜੁੜੇ ਹੋਏ ਸਨ। ਇਨਵੀਟੇਸ਼ਨ ਉਹਨਾਂ ਉਮੀਦਵਾਰਾਂ ਨੂੰ ਮਿਲੇ ਜਿਹੜੇ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਕੈਟਾਗਰੀ, ਜਿਸ ਵਿੱਚ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਵੀ ਸ਼ਾਮਿਲ ਹਨ, ਉਹਨਾਂ ਨਾਲ ਜੁੜੇ ਰਹੇ। ਇਸ ਤੋਂ ਇਲਾਵਾ 32 ਅਰਲੀ ਚਾਈਲਡਹੁੱਡ ਐਜੂਕੇਟਰਸ ਅਤੇ ਅਸਿਸਟੈਂਟਸ, ਜਿਨ੍ਹਾਂ ਨੂੰ 60 ਪੁਆਇੰਟਸ ਦੀ ਜ਼ਰੂਰਤ ਰਹੀ। 12 ਹੈਲਥ ਕੇਅਰ ਵਰਕਰਸ, ਜਿਹੜੇ ਕਿ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਨਾਲ ਜੁੜੇ ਹੋਏ ਸਨ, ਉਹਨਾਂ ਨੂੰ 60 ਪੁਆਇੰਟਸ ਦੀ ਜ਼ਰੂਰਤ ਰਹੀ। ਬਾਕੀ ਪ੍ਰਾਇਓਰਿਟੀ ਆਕੂਪੇਸ਼ਨ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। ਮੈਨੀਟੋਬਾ ਸੂਬੇ ਵੱਲੋਂ ਜੋ ਡਰਾ ਕੱਢਿਆ ਗਿਆ, ਉਸ ਵਿੱਚ 305 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। ਸਕਿਲਡ ਵਰਕਰਸ ਇਨ ਮੈਨੀਟੋਬਾ ਤਹਿਤ 206 ਸੱਦੇ, ਜਿਸ ਵਾਸਤੇ ਘੱਟੋ ਘੱਟ 775 ਸਕੋਰਸ ਦੀ ਜ਼ਰੂਰਤ ਰਹੀ। ਸਕਿਲਡ ਵਰਕਰਸ ਓਵਰਸੀਜ਼ ਵਾਸਤੇ 43 ਸੱਦੇ, ਜਿਸ ਵਾਸਤੇ ਘੱਟੋ ਘੱਟ 673 ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਤਹਿਤ 56 ਸੱਦੇ, ਜਿਸ ਵਾਸਤੇ ਕੋਈ ਵੀ ਸਕੋਰ ਦੀ ਜ਼ਰੂਰਤ ਨਹੀਂ ਸੀ, ਉਹਨਾਂ ਨੂੰ ਜਾਰੀ ਕੀਤੇ ਗਏ।
ਪ੍ਰਿੰਸ ਐਡਵਰਡ ਆਈਲੈਂਡ ਵੱਲੋਂ 1 ਦਸੰਬਰ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਨੇ 69 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਹਨ। ਘਰਾਂ ਦੀ ਯੋਜਨਾ ਵਿੱਚ ਮੇਅਰ ਟੋਰੀ ਵੱਲੋਂ ਹੁਣ ਕੁਝ ਬਦਲਾਅ ਕੀਤੇ ਜਾਣਗੇ। ਇਸ ਬਾਰੇ ਉਹਨਾਂ ਨੇ ਅਪਡੇਟ ਜਾਰੀ ਕੀਤੀ। ਦੱਸ ਦਈਏ ਕਿ ਟੋਰਾਂਟੋ ਦੇ ਵਿੱਚ ਅਗਲੇ ਦਹਾਕੇ ਤੱਕ 2 ਲੱਖ ਤੋਂ ਵੱਧ ਘਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿੱਚ ਹੁਣ ਜ਼ੋਨਿੰਗ ਨੂੰ ਲੈ ਕੇ ਕੁਝ ਬਦਲਾਅ ਕੀਤੇ ਜਾਣੇ ਨੇ। ਮੇਅਰ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ। ਘਰਾਂ ਦੀ ਯੋਜਨਾ ਸੰਬੰਧੀ ਟੋਰਾਂਟੋ ਦੇ ਮੇਅਰ ਕੁਝ ਬਦਲਾਅ ਕਰਨ ਜਾ ਰਹੇ ਨੇ। ਟੋਰਾਂਟੋ ਦੇ ਮੇਅਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਜ਼ੋਨਿੰਗ ਦੇ ਵਿੱਚ ਉਹਨਾਂ ਵੱਲੋਂ ਕੁਝ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਦੱਸਿਏ ਕਿ ਘਰਾਂ ਦੀ ਇਸ ਯੋਜਨਾ ਸੰਬੰਧੀ ਅਗਲੇ ਦਹਾਕੇ ਤੱਕ ਟੋਰਾਂਟੋ ਵਿੱਚ 2,85,000 ਨਵੇਂ ਘਰ ਬਣਾਉਣ ਦਾ ਟਾਰਗੇਟ ਤੈਅ ਕੀਤਾ ਗਿਆ। ਹੁਣ ਇਸ ਬਾਰੇ ਮੇਅਰ ਜੌਨ ਟੋਰੀ ਬੋਲੇ ਨੇ ਤੇ ਉਹਨਾਂ ਵੱਲੋਂ ਕੁਝ ਬਦਲਾਵਾਂ ਦਾ ਜ਼ਿਕਰ ਕੀਤਾ ਗਿਆ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We as a city government need to take a more aggressive approach to addressing the acute affordability and housing crises facing our city. And of course, we have to do it in partnership with the other governments. But there are things we have to do here in order to move forward more aggressively. The Housing Action Plan begins the process of updating the city's regulations so that we can meet or exceed the target of building 285,000 homes over the next decade that are set out in some of the recent provincial initiatives. This plan represents all aspects of the housing spectrum, from student housing to affordable housing to housing targets for the Portlands and for the waterfront. Importantly, this plan will bring the city into the 21st century by removing the exclusionary zoning that has focused growth in just a few areas of the city and prevented Torontonians from having a variety of housing choices. And I spoke extensively about this during the election campaign, that we simply had to broaden out the range of housing options that were available to people who wanted to make their lives here, people who were young and older, people who wanted to grow up in the same neighbourhood, for example, that they wanted to live in the same neighbourhood they'd grown up in, or seniors who want to stay in the same neighbourhood in which they've spent most of their lives. And that is why, at our first meeting and as the first item of business of the new City Council, I'm asking Council colleagues to direct the City Manager to develop this 2023 Housing Action Plan for the period between 2022 and 2026, which is our term in office, and to bring the updated plan back in a very short time, namely before the winter's over. ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਫਲੂ ਕਾਰਨ 6 ਬੱਚਿਆਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਹੁਣ ਸੂਬਾ ਸਰਕਾਰ ਵੱਲੋਂ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹੈਲਥ ਮੰਤਰੀ ਡਾਕਟਰ ਬੋਨੀ ਹੈਨਰੀ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਤੇ ਉਹਨਾਂ ਵੱਲੋਂ ਹਾਲਾਤਾਂ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਫਲੂ ਕਾਰਨ 6 ਬੱਚਿਆਂ ਦੀ ਮੌਤ ਹੋਈ, ਜਿਸ ਤੋਂ ਬਾਅਦ ਹੁਣ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਇਨਫਲੂਐਂਜ਼ਾ ਨਾਲ 6 ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕੁਝ ਦਿਨ ਬਾਅਦ ਬ੍ਰਿਟਿਸ਼ ਕੋਲੰਬੀਆ ਸਰਕਾਰ ਫਲੂ ਵੈਕਸੀਨ ਸ਼ੁਰੂ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਇਸ ਬਾਰੇ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇ। ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਵੱਲੋਂ ਫਲੂ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਹਫ਼ਤਾਵਾਰੀ ਅਪਡੇਟ ਵੀ ਜਾਰੀ ਕੀਤੀ ਹੈ। ਮ੍ਰਿਤਕਾਂ ਵਿੱਚ 5 ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ, 5 ਸਾਲ ਤੋਂ 9 ਸਾਲ ਦੀ ਉਮਰ ਦੇ 3 ਅਤੇ 15 ਤੋਂ 19 ਸਾਲ ਦੀ ਉਮਰ ਦੇ 2 ਬੱਚੇ ਸ਼ਾਮਿਲ ਨੇ। ਬੋਨੀ ਹੈਨਰੀ ਨੇ ਕਿਹਾ ਕਿ ਕੇਸਾਂ ਵਿੱਚ ਸ਼ੁਰੂਆਤੀ ਅਤੇ ਗੰਭੀਰ ਵਾਧੇ ਦੇ ਨਾਲ ਫਲੂ ਦਾ ਮੌਸਮ ਅਸਧਾਰਨ ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਮਾਂ-ਬਾਪ ਨੂੰ ਬੱਚਿਆਂ ਨੂੰ ਫਲੂ ਵਾਸਤੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਡਾਕਟਰ ਹੈਨਰੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਲਗਾਈ ਜਾ ਰਹੀ ਵੈਕਸੀਨ ਇਨਫਲੂਐਂਜ਼ਾ ਦਾ ਟਾਕਰਾ ਕਰਨ ਦੇ ਸਮਰੱਥ ਹੈ। ਉਹਨਾਂ ਨੇ ਲੋਕਾਂ ਨੂੰ ਵਾਕ-ਇਨ ਕਲੀਨਿਕਸ ਦਾ ਲਾਭ ਲੈਣ ਵਾਸਤੇ ਵੀ ਕਿਹਾ। ਪ੍ਰੋਵਿੰਸ ਵੱਲੋਂ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀਆਂ ਲਈ ਵੈਕਸੀਨ ਮੁਫਤ ਉਪਲਬਧ ਕਰਵਾਈ ਗਈ ਹੈ ਤੇ ਲੋਕਾਂ ਨੂੰ ਅਪਾਇੰਟਮੈਂਟ ਬਣਾਉਣ ਦੀ ਵੀ ਜ਼ਰੂਰਤ ਨਹੀਂ। ਇਨ੍ਹਾਂ ਕਲੀਨਿਕਸ ਨੂੰ ਹੈਲਥ ਅਥਾਰਟੀ ਦੀ ਵੈਬਸਾਈਟ ਦੇ ਉੱਪਰ ਜਾ ਕੇ ਲੱਭਿਆ ਜਾ ਸਕਦਾ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਾਹ ਦੀ ਗੰਭੀਰ ਬਿਮਾਰੀ ਵਿੱਚ ਘਾਤਕ ਵਾਧਾ ਸਥਿਰ ਹੋਣ ਦੇ ਸੰਕੇਤ ਦਿਖ ਰਹੇ ਹਨ। ਹਾਲਾਂਕਿ ਸਿਹਤ ਅਧਿਕਾਰੀ ਅਜੇ ਵੀ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਨੇ। ਬ੍ਰੈਂਪਟਨ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਦੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਆਯੋਜਨ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਉਹ ਵੀ ਇੱਥੇ ਪਹੁੰਚੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਬ੍ਰੈਂਪਟਨ 'ਚ ਇਮੀਗ੍ਰੇਸ਼ਨ ਸੈਮੀਨਾਰ ਦਾ ਆਯੋਜਨ, ਐਨਡੀਪੀ ਲੀਡਰ ਜਗਮੀਤ ਸਿੰਘ ਸਮੇਤ ਕਈ ਮਹਿਮਾਨ ਹੋਣਗੇ ਸ਼ਾਮਲ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਬ੍ਰੈਂਪਟਨ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਬ੍ਰੈਂਪਟਨ ਸੈਂਟਰ ਵਿਖੇ 2 ਰੋਜ਼ਾ ਇਮੀਗ੍ਰੇਸ਼ਨ ਸੈਮੀਨਾਰ ਦਾ ਆਯੋਜਨ ਕਰ ਰਹੀ ਹੈ। ਇਸ ਇਵੈਂਟ ਵਿੱਚ ਮਹਿਮਾਨਾਂ ਨਾਲ ਜੁੜਨ ਲਈ ਅਤੇ ਇਮੀਗ੍ਰੇਸ਼ਨ ਬਾਰੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਉਪਲਬਧ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ, ਪੈਰਾਲੀਗਲ, ਵਕੀਲ ਅਤੇ ਵਿਦੇਸ਼ ਵਿੱਚ ਅਧਿਐਨ ਕਰਨ ਵਾਲੇ ਸਲਾਹਕਾਰ ਸ਼ਾਮਲ ਹੋਣਗੇ।
ਇਸ ਸਮਾਗਮ ਵਿੱਚ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ, ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿਮ ਉੱਪਲ, ਓਨਟਾਰੀਓ ਐਨਡੀਪੀ ਲੀਡਰ ਮੈਰਿਟ ਸਟਾਈਲਸ, ਬਰੈਂਪਟਨ ਨਾਰਥ ਲਈ ਐਮਪੀ ਰੂਬੀ ਸਹੋਤਾ, ਬਰੈਂਪਟਨ ਨਾਰਥ ਦੇ ਐਮਪੀਪੀ ਗ੍ਰਾਹਮ ਮੈਗਰੇਗਰ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਸਮੇਤ ਸਰਕਾਰ ਦੇ ਸਾਰੇ ਪੱਧਰਾਂ ਤੋਂ ਕੁਝ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ। BIC ਦੇ ਮਾਰਕੀਟਿੰਗ ਡਾਇਰੈਕਟਰ ਸੰਦੀਪ ਸਿੰਘ ਨੇ ਕਿਹਾ ਕਿ ਅਸੀਂ ਸਾਡੇ ਮੁਫਤ ਸਲਾਹ ਮਸ਼ਵਰੇ ਦੇ ਪ੍ਰੋਗਰਾਮ ਰਾਹੀਂ ਇਮੀਗ੍ਰੇਸ਼ਨ ਜਾਂ ਅੰਤਰਰਾਸ਼ਟਰੀ ਸਿੱਖਿਆ ਵਿੱਚ ਮਦਦ ਦੀ ਲੋੜ ਵਾਲੇ ਆਪਣੇ ਗਾਹਕਾਂ ਦੀ ਮਦਦ ਕਰਨ ਦਾ ਇੱਕ ਹੋਰ ਸਫਲ ਸਾਲ ਮਨਾਉਣ ਲਈ ਉਤਸ਼ਾਹਿਤ ਹਾਂ। BIC ਇਸ ਸਾਲ ਬਰੈਂਪਟਨ ਕਮਿਊਨਿਟੀਆਂ ਨੂੰ ਛੁੱਟੀਆਂ ਡਰਾਈਵ ਦੇ ਜ਼ਰੀਏ ਭੋਜਨ ਅਤੇ ਕੱਪੜਿਆਂ ਨੂੰ ਵੰਡ ਰਿਹਾ। 31 ਦਸੰਬਰ ਤੱਕ BIC ਲੋੜਵੰਦਾਂ ਲਈ ਛੁੱਟੀਆਂ ਦੇ ਸੀਜ਼ਨ ਨੂੰ ਖੁਸ਼ਹਾਲ ਅਤੇ ਚਮਕਦਾਰ ਬਣਾਉਣ ਦੀ ਉਮੀਦ ਵਿੱਚ ਬਰੈਂਪਟਨ ਵਿੱਚ 50 ਕੁਈਨ ਸੈਂਟ W ਵਿਖੇ ਆਪਣੇ ਥਾਂ ਉੱਤੇ ਦਾਨ ਨੂੰ ਸਵੀਕਾਰ ਕਰ ਰਿਹਾ ਹੈ। ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਰਾਹਗੀਰ ਇਸ ਸਮੇਂ ਜੇਰੇ ਇਲਾਜ ਹੈ। ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਹੈ, ਜਿਸ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ। ਨਾਰਥ ਯਾਰਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗੀ। ਵਾਹਨ ਦੀ ਟੱਕਰ ਲੱਗਣ ਕਾਰਨ ਇਹ ਰਾਹਗੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੇ ਨੇ ਤੇ ਟੋਰਾਂਟੋ ਪੁਲਿਸ ਵੱਲੋਂ ਹੁਣ ਤੱਕ ਦੀ ਡਿਟੇਲ ਜਾਰੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 5:15 ਦੇ ਕਰੀਬ ਜੇਨ ਸਟਰੀਟ ਤੇ ਫਿੰਚ ਐਵਨਿਊ ਦੇ ਇੰਟਰਸੈਕਸ਼ਨ ਤੋਂ ਸਾਹਮਣੇ ਆਇਆ। ਟੋਰਾਂਟੋ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਜੋ ਰਾਹਗੀਰ ਇਸ ਹਾਦਸੇ ਵਿੱਚ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੱਸਿਆ ਗਿਆ ਕਿ ਉਸ ਨੂੰ ਕਾਫੀ ਸੱਟਾਂ ਆਈਆਂ ਨੇ। ਦੂਜੇ ਪਾਸੇ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਰਿਹਾ, ਜਿਸ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਅਜੇ ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਸ ਬਾਰੇ ਕੋਈ ਹੋਰ ਅਪਡੇਟ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਵਧੇਰੇ ਜਾਂਚ ਕਰ ਰਹੇ ਹਨ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਅਜੇ ਕੁਝ ਹੋਰ ਸਾਂਝਾ ਨਹੀਂ ਕੀਤਾ। ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਅੱਗ ਦੀ ਲਪੇਟ ਵਿੱਚ ਆਉਣ ਕਾਰਨ 2 ਪੀੜਤਾਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਅਜੇ ਇਸ ਸੰਬੰਧੀ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਵੱਲੋਂ ਪੀੜਤਾਂ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਮਿਸੀਸਾਗਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਵੇਰ ਸਮੇਂ ਘਰ ਵਿੱਚ ਅੱਗ ਲੱਗੀ। ਅੱਗ ਦੀ ਲਪੇਟ ਵਿੱਚ ਆਉਣ ਕਾਰਨ 2 ਪੀੜਤਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ਼ਨੀਵਾਰ 1:15 ਦੇ ਕਰੀਬ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਉਹਨਾਂ ਨੂੰ ਰਿਪੋਰਟ ਮਿਲੀ ਸੀ ਕਿ ਇੱਕ ਜਗ੍ਹਾ ਤੋਂ ਧੂੰਆਂ ਨਿਕਲ ਰਿਹਾ ਹੈ। ਮਿਸੀਸਾਗਾ ਦੇ ਘਰ ਵਿੱਚ ਮਿਸੀਸਾਗਾ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਨੂੰ ਬੁਲਾਇਆ ਗਿਆ। MFEC ਦੇ ਦੱਸਣ ਮੁਤਾਬਕ ਉਹਨਾਂ ਨੂੰ ਮੌਕੇ ਵਾਲੀ ਥਾਂ ਤੇ 1 ਅਲਾਰਮ ਫਾਇਰ ਦੀ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਉਹਨਾਂ ਵੱਲੋਂ ਲਗਾਤਾਰ ਟਵੀਟ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿੱਥੇ ਦੱਸਿਆ ਗਿਆ ਕਿ 2 ਪੀੜਤ ਇਸ ਘਟਨਾ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਸੱਟਾਂ ਨਹੀਂ ਆਈਆਂ। ਪੀਲ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੀ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਉੱਥੇ ਆਉਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਅਜੇ ਪੀੜਤਾਂ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਕਿਊਬੈਕ ਸੂਬੇ ਦੇ ਵਿੱਚ ਮੈਂਬਰਾਂ ਵਾਸਤੇ ਰਾਜੇ ਦੀ ਸਹੁੰ ਚੁੱਕਣਾ ਇੱਕ ਆਪਸ਼ਨ ਹੋਵੇਗਾ। ਪਿਛਲੇ ਦਿਨੀ ਵੀ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆਇਆ ਸੀ, ਜਦੋਂ ਕਈ MNAs ਵੱਲੋਂ ਕਿਹਾ ਗਿਆ ਕਿ ਉਹ ਰਾਜੇ ਦੀ ਵਫਾਦਾਰੀ ਪ੍ਰਤੀ ਸਹੁੰ ਨਹੀਂ ਚੁੱਕਣਗੇ, ਜਿਸ ਤੋਂ ਬਾਅਦ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ। ਪਰ ਹੁਣ ਕਿਊਬੈਕ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਨੇ ਰਾਜੇ ਦੀ ਵਫਾਦਾਰੀ ਪ੍ਰਤੀ ਸਹੁੰ ਚੁੱਕਣੀ ਹੈ ਤੇ ਉਹਨਾਂ ਵਾਸਤੇ ਇਹ ਆਪਸ਼ਨਲ ਹੋਵੇਗਾ। ਕਿਊਬੈਕ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਮੈਂਬਰਾਂ ਵਾਸਤੇ ਰਾਜੇ ਦੀ ਸਹੁੰ ਚੁੱਕਣਾ ਹੁਣ ਆਪਸ਼ਨ ਹੋਵੇਗਾ। ਦਰਅਸਲ ਕਿਊਬੈਕ ਦੀ ਲੈਜਿਸਲੇਚਰ ਵੱਲੋਂ ਹੁਣ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਦੀ ਜ਼ਰੂਰਤ ਖਤਮ ਕਰ ਦਿੱਤੀ ਹੈ। ਪ੍ਰੀਮੀਅਰ ਵੱਲੋਂ ਇਸ ਸੰਬੰਧੀ ਲੈਜਿਸਲੇਚਰ ਵਿੱਚ ਬਿੱਲ ਲਿਆਂਦਾ ਗਿਆ। ਲੰਘੇ ਹਫ਼ਤੇ ਕਿੰਗ ਚਾਰਲਸ ਪ੍ਰਤੀ ਵੀ ਵਫਾਦਾਰੀ ਦੀ ਸਹੁੰ ਨਾ ਚੁੱਕਣ ਵਾਲੇ ਪਾਰਟੀ ਕਿਊਬੈਕਾ ਦੇ 3 MNAs ਨੂੰ ਕਿਊਬੈਕ ਅਸੈਂਬਲੀ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ MNAs ਨੂੰ ਕਿਊਬੈਕ ਦੇ ਲੋਕਾਂ ਦੇ ਨਾਲ-ਨਾਲ ਕਿੰਗ ਚਾਰਲਸ ਪ੍ਰਤੀ ਵੀ ਵਫਾਦਾਰੀ ਦੀ ਸਹੁੰ ਚੁੱਕਣੀ ਜ਼ਰੂਰੀ ਸੀ। ਦੱਸ ਦਈਏ ਕਿ 8 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਕਿੰਗ ਚਾਰਲਸ UK ਦੇ ਰਾਜਾ ਅਤੇ 14 ਹੋਰ ਦੇਸ਼ਾਂ ਦੇ ਰਾਜਮੁਖੀ ਬਣ ਗਏ, ਜਿਨ੍ਹਾਂ ਵਿੱਚ ਕੈਨੇਡਾ ਦਾ ਵੀ ਨਾਮ ਸ਼ਾਮਲ ਸੀ। 3 ਅਕਤੂਬਰ ਨੂੰ ਕਿਊਬੈਕ ਵਿੱਚ ਸੂਬਾਈ ਚੋਣਾਂ ਤੋਂ ਬਾਅਦ ਪਾਰਟੀ ਕਿਊਬੈਕਾ ਲੀਡਰ ਸੇਂਟ ਪੀਅਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ 2 ਹੋਰ MNAs ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਨਹੀਂ ਚੁੱਕਣਗੇ।
ਇਸ ਤੋਂ ਬਾਅਦ ਕਿਊਬੈਕ ਸੋਲੀਡੇਅਰ ਦੇ 11 ਚੁਣੇ ਹੋਏ ਨੁਮਾਇੰਦਿਆਂ ਨੇ ਵੀ ਰਾਜੇ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਤਾਜ਼ਾ ਜਾਣਕਾਰੀ ਦੇ ਵਿੱਚ ਪਤਾ ਚੱਲਿਆ ਕਿ ਹੁਣ ਇਸ ਨੂੰ ਆਪਸ਼ਨਲ ਕਰ ਦਿੱਤਾ ਗਿਆ। ਅਲੱਗ-ਅਲੱਗ ਹਿੱਸਿਆਂ ਵਿੱਚ ਕਤਲ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਮਿਸੀਸਾਗਾ ਤੇ ਬਰੈਂਪਟਨ ਤੋਂ ਇੱਕ ਅਜਿਹੀ ਰਿਪੋਰਟ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਕਤਲ ਦੇ ਮਾਮਲੇ ਵਿੱਚ ਕਾਫੀ ਵੱਡੀ ਗਿਣਤੀ ਹੁਣ ਦਰਜ ਕੀਤੀ ਜਾ ਰਹੀ ਹੈ। ਇਸ ਬਾਰੇ ਤਾਜ਼ਾ ਜੋ ਰਿਪੋਰਟ ਦੇ ਵਿੱਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਮਿਸੀਸਾਗਾ ਅਤੇ ਬਰੈਂਪਟਨ ਵਿੱਚ ਹੋ ਰਹੇ ਨੇ ਕਤਲ। ਪਿਛਲੇ ਸਾਲ ਨਾਲੋਂ 2022 ਵਿੱਚ ਦਰ ਹੋਈ ਦੁੱਗਣੀ। ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਦੇ 2022 ਦੇ 14ਵੇਂ ਅਤੇ ਪੀਲ ਵਿੱਚ 28ਵੇਂ ਕਤਲ ਵਿੱਚ ਕਿਸੇ ਸ਼ੱਕੀ ਜਾਂ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਦੱਸ ਦਈਏ ਕਿ 2021 ਵਿੱਚ ਮਿਸੀਸਾਗਾ ਤੇ ਬਰੈਂਪਟਨ ਵਿੱਚ ਕੁੱਲ ਮਿਲਾ ਕੇ 14 ਕਤਲ ਹੋਏ ਸਨ। ਸਭ ਤੋਂ ਤਾਜ਼ਾ ਕਤਲ ਕੈਨੇਡਾ ਦੇ ਵਿੱਚ ਕਲਾਰਕਸਨ ਵਿੱਚ ਸਕੂਟਰਸ ਰੋਲਰ ਪੈਲੇਸ ਦੇ ਬਾਹਰ ਪਾਰਕਿੰਗ ਵਿੱਚ ਹੋਇਆ। ਰਾਤ 9:30 ਵਜੇ ਦੇ ਕਰੀਬ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਥੋੜੇ ਸਮੇਂ ਬਾਅਦ ਘਟਨਾ ਥਾਂ ਦੇ ਉੱਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਮਿਸੀਸਾਗਾ ਗੈਸ ਸਟੇਸ਼ਨ ਦੇ ਇੱਕ ਅਟੈਂਡੈਂਟ ਦੀ ਪਿਛਲੇ ਸ਼ਨੀਵਾਰ ਰਾਤ ਗੋਲੀ ਦੇ ਨਾਲ ਮੌਤ ਹੋ ਗਈ। ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਦਾ ਰਾਤ 10:30 ਵਜੇ ਤੋਂ ਬਾਅਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਬੰਦੂਕ ਨਾਲ ਸੰਬੰਧਿਤ ਹਿੰਸਾ ਦੀ ਇੱਕ ਲਹਿਰ ਦੀ ਤਾਜ਼ਾ ਘਟਨਾ ਹੈ ਜੋ 2022 ਵਿੱਚ ਸ਼ਹਿਰ ਦੇ ਉੱਤਰ ਪੱਛਮੀ ਹਿੱਸੇ ਵਿੱਚ ਫੈਲ ਗਈ ਹੈ। ਮਿਸੀਸਾਗਾ ਵਿੱਚ ਇਸ ਸਾਲ ਇਹ 13ਵਾਂ ਕਤਲ ਸੀ। ਕੋਵਿਡ-19 ਮਹਾਮਾਰੀ ਅਤੇ ਜਨਤਕ ਇਕੱਠਾਂ ਉੱਤੇ ਪਾਬੰਦੀਆਂ ਤੋਂ ਪਹਿਲਾਂ 2020 ਵਿੱਚ ਸਾਰੇ ਪੀਲ ਵਿੱਚ 18 ਅਤੇ 2019 ਵਿੱਚ 31 ਕਤਲ ਹੋਏ ਸਨ। ਪੀਲ ਹੋਮਿਸਾਈਡ ਡਿਟੈਕਟਿਵਸ ਨੇ ਇਸ ਹਫ਼ਤੇ ਸ਼ੱਕੀ ਵਿਅਕਤੀ ਬਾਰੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ ਜਿਸ ਨੇ ਕੌਰ ਨੂੰ ਕੰਮ ਕਰਦੇ ਸਮੇਂ ਕਈ ਵਾਰ ਗੋਲੀ ਮਾਰੀ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ 3/4 ਲੰਬੀ ਦੀ ਗੂੜੇ ਸਰਦੀਆਂ ਦੀ ਜੈਕਟ ਪਹਿਨੀ ਹੋਈ ਸੀ ਜਿਸ ਵਿੱਚ ਹੁੱਡ, ਗੂੜੇ ਸਰਦੀਆਂ ਦੇ ਬੂਟ, ਗੂੜੇ ਪੈਂਟ, ਇੱਕ ਗੂੜੀ ਸਰਦੀਆਂ ਦਾ ਕੋਟ ਅਤੇ ਚਿੱਟੇ ਦਸਤਾਨੇ ਸਨ। ਅਜਿਹਾ ਲੱਗਦਾ ਹੈ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ। ਪੀੜਿਤ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜੀ ਦੇਰ ਪਹਿਲਾਂ ਤੱਕ ਸ਼ੱਕੀ ਨੇ ਆਪਣੇ ਸਿਰ ਤੋਂ ਹੁੱਡ ਨਹੀਂ ਉਤਾਰਿਆ। ਜਾਂਚਕਰਤਾਵਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਹ ਵੀ ਸੰਭਵ ਹੈ ਕਿ ਕਾਤਲ ਗੋਲੀਬਾਰੀ ਤੋਂ ਪਹਿਲਾਂ ਗੈਸ ਸਟੇਸ਼ਨ ਉੱਤੇ ਗਿਆ ਹੋਵੇ। ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਜਾਂਚਕਰਤਾਵਾਂ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ 3 ਘੰਟੇ ਪਹਿਲਾਂ ਕਤਲੇਆਮ ਵਾਲੀ ਥਾਂ ਦੇ ਨੇੜੇ ਪੈਦਲ ਗਿਆ ਸੀ। ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਸਮੇਂ ਜੋ ਫਲੂ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹ ਲਗਾਤਾਰ ਸਰਦਰਦ ਬਣੇ ਹੋਏ ਨੇ ਕਿਉਂਕਿ ਮੈਨੀਟੋਬਾ ਦੇ ਵਿੱਚ ਵੀ ਜਿਸ ਇੱਕ ਬੱਚੇ ਨੂੰ ਫਲੂ ਹੋਇਆ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਫਲੂ ਦੇ ਕੇਸਿਸ ਰਿਕਾਰਡ ਕੀਤੇ ਜਾ ਰਹੇ ਨੇ। ਮੈਨੀਟੋਬਾ ਵਿੱਚ ਇਨਫਲੂਐਂਜ਼ਾ ਨਾਲ ਜੁੜੇ ਬੱਚੇ ਦੀ ਪਹਿਲੀ ਮੌਤ ਹਰ ਰੋਜ਼ ਹੋ ਰਹੇ ਨੇ। 150 ਦੇ ਕਰੀਬ ਬੱਚੇ ਬਿਮਾਰ। ਮੈਨੀਟੋਬਾ ਇਸ ਫਲੂ ਸੀਜ਼ਨ ਵਿੱਚ ਇਨਫਲੂਐਂਜ਼ਾ ਨਾਲ ਜੁੜੇ ਇੱਕ ਬੱਚੇ ਦੀ ਪਹਿਲੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਹਫ਼ਤੇ ਦੀ ਸਾਹ ਸੰਬੰਧੀ ਨਿਗਰਾਨੀ ਰਿਪੋਰਟ ਦੇ ਅਨੁਸਾਰ ਬੱਚੇ ਦੀ ਉਮਰ 5 ਅਤੇ 17 ਸਾਲ ਦੇ ਵਿਚਕਾਰ ਹੈ ਅਤੇ 27 ਨਵੰਬਰ ਤੋਂ 3 ਦਸੰਬਰ ਦੇ ਵਿਚਕਾਰ ਫਲੂ ਨਾਲ ਹੋਈਆਂ 5 ਮੌਤਾਂ ਵਿੱਚੋਂ ਇੱਕ ਹੈ। ਮੈਨੀਟੋਬਾ ਨੇ ਹਫ਼ਤਾਵਾਰੀ ਸਾਹ ਦੀ ਰਿਪੋਰਟ ਵਿੱਚ 8 ਕੋਵਿਡ-19 ਮੌਤਾਂ, 5 ਫਲੂ ਮੌਤਾਂ ਦੀ ਰਿਪੋਰਟ ਕੀਤੀ ਹੈ। ਇਸ ਸਾਲ ਦੇ ਫਲੂ ਸੀਜ਼ਨ ਵਿੱਚ 3 ਜੁਲਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੈਨੀਟੋਬਾ ਦੇ 12 ਲੋਕਾਂ ਦੀ ਇਨਫਲੂਐਂਜ਼ਾ ਕਾਰਨ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਦੀ ਰਿਪੋਰਟ ਦੇ ਅਨੁਸਾਰ 27 ਨਵੰਬਰ ਤੋਂ 3 ਦਸੰਬਰ ਦੇ ਵਿਚਕਾਰ ਇਨਫਲੂਐਂਜ਼ਾ ਦੇ 120 ਨਵੇਂ ਮਾਮਲੇ ਸਾਹਮਣੇ ਆਏ ਨੇ। ਪਿਛਲੇ ਹਫ਼ਤੇ ਦੇ ਅਪਡੇਟ ਵਿੱਚ ਰਿਪੋਰਟ ਕੀਤੇ ਗਏ 207 ਮਾਮਲਿਆਂ ਤੋਂ ਘੱਟ। ਹਾਲਾਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨਫਲੂਐਂਜ਼ਾ ਲੈਬ ਰਿਪੋਰਟਾਂ ਦੀ ਆਮਦ ਨੇ ਟੈਸਟਿੰਗ ਦਾ ਸਮਰਥਨ ਕੀਤਾ ਹੈ ਜਿਸ ਨਾਲ ਪ੍ਰਾਂਤ ਇਸ ਗੱਲ ਦੀ ਸਹੀ ਤਸਵੀਰ ਪ੍ਰਦਾਨ ਕਰਨ ਵਿੱਚ ਅਸਮਰਥ ਹੈ ਕਿ ਵਰਤਮਾਨ ਵਿੱਚ ਕਿੰਨੇ ਨਵੇਂ ਕੇਸ ਸਾਹਮਣੇ ਆ ਰਹੇ ਨੇ। ਸਿਹਤ ਅਧਿਕਾਰੀ ਇਨਫਲੂਐਂਜ਼ਾ ਦੇ ਫੈਲਣ ਨੂੰ ਰੋਕਣ ਦੇ ਲਈ ਮੈਨੀਟੋਬਾ ਵਾਸੀਆਂ ਨੂੰ ਆਪਣੇ ਸ਼ਾਟ ਲੈਣ ਲਈ ਸਲਾਹ ਦੇ ਰਹੇ ਨੇ, ਨਹੀਂ ਤਾਂ ਬੱਚਿਆਂ ਅਤੇ ਬਜ਼ੁਰਗਾਂ ਲਈ ਵਧੇਰੇ ਹਾਲਾਤ ਖਰਾਬ ਹੋ ਸਕਦੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸੰਬਰ ਵਿੱਚ ਹੁਣ ਤੱਕ ਬੱਚਿਆਂ ਦੇ ਔਸਤਨ 143 ਬੱਚੇ ਇੱਕ ਦਿਨ ਵਿੱਚ ਆ ਰਹੇ ਨੇ। ਉਹ ਚੇਤਾਵਨੀ ਦਿੰਦੇ ਨੇ ਕਿ ਮਰੀਜ਼ਾਂ ਦੀ ਮਾਤਰਾ ਹੋਰ ਉੱਚੀ ਹੋ ਸਕਦੀ ਹੈ ਅਤੇ ਵਿਗੜ ਸਕਦੀ ਹੈ। ਕੈਲੀਫੋਰਨੀਆ ਵਿੱਚ ਵਰਕਰਾਂ ਵੱਲੋਂ ਜੋ ਹੜਤਾਲ ਕੀਤੀ ਜਾ ਰਹੀ ਹੈ ਉਹ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। 48,000 ਤੋਂ ਵੱਧ ਅਜੇ ਵੀ ਵਰਕਰ ਹੜਤਾਲ ਕਰ ਰਹੇ ਨੇ ਤੇ ਇਸ ਨੂੰ ਇੱਕ ਇਤਿਹਾਸਿਕ ਹੜਤਾਲ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਇਸ ਬਾਰੇ ਕੀ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਲੀਫੋਰਨੀਆ ਯੂਨੀਵਰਸਿਟੀ ਹੜਤਾਲ ਦਾ ਚੌਥਾ ਹਫ਼ਤਾ। 48,000 ਕਰਮਚਾਰੀਆਂ ਦੀ ਇਤਿਹਾਸਿਕ ਹੜਤਾਲ। ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਹਜ਼ਾਰਾਂ ਅਕੈਡਮਿਕ ਕਰਮਚਾਰੀ ਇਸ ਸਮੇਂ ਇੱਕ ਨਵੇਂ ਯੂਨੀਅਨ ਕੰਟਰੈਕਟ ਲਈ ਹੜਤਾਲ ਦੇ ਆਪਣੇ ਚੌਥੇ ਹਫ਼ਤੇ ਵਿੱਚ ਪਹੁੰਚ ਚੁੱਕੇ ਨੇ ਅਤੇ ਗ੍ਰਿਫਤਾਰੀਆਂ ਦੀ ਧਮਕੀ ਦੇ ਵਿਚਕਾਰ ਸਥਿਤੀ ਹੁਣ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਗ੍ਰੈਜੂਏਟ ਵਰਕਰਾਂ, ਅਕੈਡਮਿਕ ਖੋਜਕਰਤਾਵਾਂ,
ਪੋਸਟ ਡਾਕਟਰੇਲ ਵਿਦਵਾਨਾਂ ਅਤੇ ਅਧਿਆਪਨ ਸਹਾਇਕਾਂ ਸਮੇਤ 48,000 ਅਕੈਡਮਿਕ ਕਰਮਚਾਰੀਆਂ ਦੀ ਹੜਤਾਲ 14 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਹ ਹੁਣ ਅਮਰੀਕਾ ਵਿੱਚ ਉੱਚ ਸਿੱਖਿਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤੇ ਸਭ ਤੋਂ ਲੰਮੀ ਹੜਤਾਲ ਮੰਨੀ ਜਾ ਰਹੀ ਹੈ। ਇਸ ਹਫ਼ਤੇ ਕਾਮਿਆਂ ਨੇ ਰਾਜ ਭਰ ਵਿੱਚ ਕਈ ਸਿੱਧੀਆਂ ਕਾਰਵਾਈਆਂ ਵਿੱਚ ਹਿੱਸਾ ਲਿਆ। ਉੱਚ ਪੱਧਰੀ ਯੂਨੀਵਰਸਿਟੀ ਪ੍ਰਸ਼ਾਸਕਾਂ ਦੇ ਦਫ਼ਤਰਾਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਕਿਉਂਕਿ ਅਕੈਡਮਿਕ ਕਰਮਚਾਰੀ ਤਨਖਾਹ ਵਿੱਚ ਵਾਧੇ, ਨੌਕਰੀ ਦੀ ਸੁਰੱਖਿਆ, ਬੱਚਿਆਂ ਦੀ ਦੇਖਭਾਲ ਦੀ ਅਦਾਇਗੀ, ਟਿਕਾਊ ਟ੍ਰਾਂਜ਼ਿਟ ਪ੍ਰੋਤਸਾਹਨ ਦੇ ਲਈ ਮੰਗ ਕਰ ਰਹੇ ਨੇ। ਸੈਕਰਾਮੈਂਟੋ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਰਾਸ਼ਟਰਪਤੀ ਦੇ ਦਫ਼ਤਰ ਵਿੱਚ 5 ਦਸੰਬਰ ਨੂੰ ਇੱਕ ਧਰਨੇ ਦੌਰਾਨ 17 ਲੋਕਾਂ ਵੱਲੋਂ ਘੁਸਪੈਠ ਕਰਨ ਦਾ ਹਵਾਲਾ ਦਿੱਤਾ ਗਿਆ। 7 ਦਸੰਬਰ ਨੂੰ UCLA ਦੇ 10 ਅਕੈਡਮਿਕ ਕਰਮਚਾਰੀਆਂ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਰੀਜਨਸ ਦਫ਼ਤਰ ਵਿੱਚ ਉਲੰਘਣਾ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ। ਲਗਭਗ 12,000 ਪੋਸਟ ਡਾਕਟਰੇਲ ਖੋਜਕਰਤਾਵਾਂ ਅਤੇ ਅਕੈਡਮਿਕ ਖੋਜਕਰਤਾਵਾਂ ਨੇ 29 ਨਵੰਬਰ ਨੂੰ ਕੈਲੀਫੋਰਨੀਆ ਯੂਨੀਵਰਸਿਟੀ ਨਾਲ ਇੱਕ ਅਸਥਾਈ ਸਮਝੌਤਾ ਕੀਤਾ ਜਿਸ ਵਿੱਚ 29% ਤੱਕ ਤਨਖਾਹ ਵਾਧਾ ਸ਼ਾਮਲ ਸੀ। ਪਰ ਅਜੇ ਵੀ ਸਮਝੌਤੇ ਲਈ ਜ਼ੋਰ ਦੇ ਰਹੇ ਹੋਰ ਅਕੈਡਮਿਕ ਕਰਮਚਾਰੀਆਂ ਨਾਲ ਇਕਮੁੱਠਤਾ ਵਿੱਚ ਹੜਤਾਲ ਜਾਰੀ ਰੱਖੀ ਗਈ ਹੈ। ਡੀਨ ਨੇ ਕਿਹਾ ਕਿ ਉਹ ਗੱਲਬਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। UC ਦੇ ਹਿੱਸੇ ਉੱਤੇ ਸਿਰਫ ਇੱਛਾ ਸ਼ਕਤੀ ਦੀ ਰੁਕਾਵਟ ਹੈ। ਇਸ ਲਈ ਅਸੀਂ ਗ੍ਰੇਡ ਵਰਕਰਾਂ ਨੂੰ ਦਰਪੇਸ਼ ਆਰਥਿਕ ਸਥਿਤੀ ਨੂੰ ਹੱਲ ਕਰਨ ਦੇ ਲਈ ਵਧੇਰੇ ਤਰੱਕੀ ਕਰਨ ਦੇ ਲਈ UC ਨੂੰ ਬੁਲਾਉਣ ਲਈ ਰਾਜ ਭਰ ਵਿੱਚ ਇਹਨਾਂ ਸਿੱਧੀਆਂ ਕਾਰਵਾਈਆਂ ਦਾ ਆਯੋਜਨ ਕਰ ਰਹੇ ਹਾਂ। UC ਵਿਖੇ ਗ੍ਰੈਜੂਏਟ ਕਾਮਿਆਂ ਨੇ ਉਹਨਾਂ ਸ਼ਹਿਰਾਂ ਵਿੱਚ ਕਿਰਾਏ, ਭੋਜਨ ਅਤੇ ਬੁਨਿਆਦੀ ਲੋੜਾਂ ਪ੍ਰਦਾਨ ਕਰਨ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ ਜਿੱਥੇ ਉਹ ਕੰਮ ਕਰ ਰਹੇ ਨੇ ਅਤੇ ਸਾਲਾਨਾ $23,000 ਦੀ ਔਸਤ ਤਨਖਾਹ ਉੱਤੇ ਰਹਿ ਰਹੇ ਨੇ। ਅਮਰੀਕਾ ਤੋਂ ਕੁਝ ਸਮਾਂ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਜਾਰਜ ਫਲੋਇਡ ਨਾਮਕ ਇੱਕ ਵਿਅਕਤੀ ਦੀ ਧੌਣ ਦੇ ਉੱਪਰ ਪੁਲਿਸ ਅਫਸਰ ਵੱਲੋਂ ਗੋਡਾ ਰੱਖਿਆ ਗਿਆ। ਇਸ ਮਾਮਲੇ ਵਿੱਚ ਉਸ ਦੀ ਜਾਂਚ ਚਲੀ ਗਈ ਤੇ ਪੁਲਿਸ ਅਫਸਰ ਖਿਲਾਫ ਹੁਣ ਤਾਜ਼ਾ ਕਾਰਵਾਈ ਕੀਤੀ ਗਈ ਹੈ। ਇਸ ਬਾਰੇ ਕੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਮਈ 2020 ਦਾ ਬਲੈਕ ਲਾਈਵਸ ਮੈਟਰ ਮਾਮਲਾ, ਫਲੋਇਡ ਦੀ ਪਿੱਠ ਉੱਤੇ ਗੋਡਾ ਰੱਖਣ ਵਾਲੇ ਨੂੰ ਮਿਲੀ ਸਜ਼ਾ। ਸਾਬਕਾ ਮਿਨੀਆਪੋਲਿਸ ਪੁਲਿਸ ਅਧਿਕਾਰੀ ਜਿਸਨੇ ਜਾਰਜ ਫਲੋਇਡ ਦੀ ਪਿੱਠ ਉੱਤੇ ਗੋਡਾ ਰੱਖਿਆ ਸੀ ਉਸ ਨੂੰ ਸ਼ੁੱਕਰਵਾਰ ਨੂੰ ਕਤਲੇਆਮ ਦੇ ਦੋਸ਼ਾਂ ਹੇਠ 3.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੇ ਅਲੈਗਜ਼ੈਂਡਰ ਕੋਇੰਗ ਨੂੰ ਅਕਤੂਬਰ ਵਿੱਚ ਦੂਜੇ ਦਰਜੇ ਦੇ ਕਤਲੇਆਮ ਦੀ ਸਹਾਇਤਾ ਕਰਨ ਅਤੇ ਉਕਸਾਉਣ ਦੇ ਇੱਕ ਰਾਜ ਦੀ ਗਿਣਤੀ ਵਿੱਚ ਦੋਸ਼ੀ ਪਾਇਆ ਗਿਆ ਸੀ। ਫਲੋਇਡ ਦੀ ਮੌਤ 25 ਮਈ 2020 ਨੂੰ ਹੋ ਗਈ ਸੀ ਜਦੋਂ ਸਾਬਕਾ ਅਧਿਕਾਰੀ ਡੈਰੇਕ ਚੋਵੀ ਨੇ 9.5 ਮਿੰਟਾਂ ਦੇ ਲਈ ਫਲੋਇਡ ਦੀ ਗਰਦਨ ਉੱਤੇ ਗੋਡਾ ਟਿਕਾ ਕੇ ਰੱਖਿਆ। ਫਲੋਇਡ ਨੇ ਵਾਰ-ਵਾਰ ਕਿਹਾ ਕਿ ਉਹ ਸਾਹ ਨਹੀਂ ਲੈ ਸਕਦਾ ਪਰ ਬਾਵਜੂਦ ਉਸ ਦੇ ਡੈਰੇਕ ਨੇ ਗੋਡਾ ਨਹੀਂ ਹਟਾਇਆ ਤੇ ਆਖਰਕਾਰ ਉਹ ਮਰ ਗਿਆ। ਇਹ ਕਤਲ ਜਿਸ ਨੂੰ ਕਿ ਇੱਕ ਰਾਹਗੀਰ ਦੁਆਰਾ ਵੀਡੀਓ ਰਾਹੀਂ ਰਿਕਾਰਡ ਕੀਤਾ ਗਿਆ ਸੀ ਤੇ ਪੂਰੀ ਦੁਨੀਆ ਵਿੱਚ ਇਸ ਘਟਨਾ ਬਾਰੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕੋਇੰਗ ਨੇ ਵੀ ਉਸ ਸਮੇਂ ਦੌਰਾਨ ਫਲੋਇਡ ਦੀ ਪਿੱਠ ਉੱਤੇ ਗੋਡਾ ਰੱਖਿਆ ਹੋਇਆ ਸੀ। ਉਸ ਸਮੇਂ ਦੇ ਅਧਿਕਾਰੀ ਥਾਮਸ ਲੇਨ ਨੇ ਫਲੋਇਡ ਦੀਆਂ ਲੱਤਾਂ ਫੜੀਆਂ ਹੋਈਆਂ ਸਨ ਅਤੇ ਟੂਥਾਓ ਜੋ ਉਸ ਸਮੇਂ ਇੱਕ ਅਧਿਕਾਰੀ ਸੀ ਨੇ ਖੜੇ ਲੋਕਾਂ ਨੂੰ ਦਖਲ ਕਰਨ ਤੋਂ ਰੋਕਿਆ। ਸਾਰੇ ਅਧਿਕਾਰੀਆਂ ਨੂੰ ਉਸੇ ਸਮੇਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਰਾਜ ਅਤੇ ਸੰਘੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਕੋਇੰਗ ਜੋ ਕਿ ਪਹਿਲਾਂ ਹੀ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਲਈ ਸੰਘੀ ਸਜ਼ਾ ਕੱਟ ਰਿਹਾ, ਓਹੀਓ ਵਿੱਚ ਇੱਕ ਘੱਟ ਸੁਰੱਖਿਆ ਸੰਘੀ ਜੇਲ੍ਹ ਤੋਂ ਸ਼ੁੱਕਰਵਾਰ ਦੀ ਸਜ਼ਾ ਸੁਣਾਈ ਗਈ ਵੀਡੀਓ ਰਾਹੀਂ ਪੇਸ਼ ਹੋਇਆ। ਜਦੋਂ ਅਦਾਲਤ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਉਸਨੇ ਇਨਕਾਰ ਕਰ ਦਿੱਤਾ। ਸੁਣਵਾਈ ਸ਼ੁੱਕਰਵਾਰ ਸਵੇਰੇ ਹੋਣੀ ਸੀ ਪਰ ਤਕਨੀਕੀ ਖਰਾਬੀ ਕਾਰਨ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਗਈ। ਆਪਣੀ ਅਪੀਲ ਸਮਝੌਤੇ ਦੇ ਹਿੱਸੇ ਵਜੋਂ ਕੋਇੰਗ ਨੇ ਮੰਨਿਆ ਕਿ ਉਸਨੇ ਫਲੋਇਡ ਦਾ ਧੜ ਫੜਿਆ ਹੋਇਆ ਸੀ ਕਿ ਉਹ ਆਪਣੇ ਤਜਰਬੇ ਅਤੇ ਸਿਖਲਾਈ ਤੋਂ ਜਾਣਦਾ ਹੈ ਕਿ ਇੱਕ ਹੱਥਕੜੀ ਵਾਲੇ ਵਿਅਕਤੀ ਨੂੰ ਇੱਕ ਸੰਭਾਵੀ ਸਥਿਤੀ ਵਿੱਚ ਰੋਕਣਾ ਇੱਕ ਮਹੱਤਵਪੂਰਨ ਜੋਖਮ ਪੈਦਾ ਕਰ ਸਕਦਾ ਹੈ ਅਤੇ ਇਹ ਕਿ ਫਲੋਇਡ ਦਾ ਸੰਜਮ ਹਾਲਾਤਾਂ ਵਿੱਚ ਗੈਰ ਵਾਜਬ ਸੀ। ਕੋਇੰਗ ਨੇ ਰਾਜ ਦੀ 3.5 ਸਾਲ ਦੀ ਕੈਦ ਦੀ ਸਜ਼ਾ ਲਈ ਸਹਿਮਤੀ ਦਿੱਤੀ ਹੈ ਜਿਸ ਨੂੰ ਕਿ ਉਸ ਦੀ ਸੰਘੀ ਸਜ਼ਾ ਅਤੇ ਸੰਘੀ ਹਿਰਾਸਤ ਵਿੱਚ ਕੱਟਿਆ ਜਾਵੇਗਾ। ਸਿਆਸਤ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕ੍ਰਿਸਟਨ ਵੱਲੋਂ ਡੈਮੋਕ੍ਰੈਟਿਕ ਦਾ ਸਾਥ ਛੱਡਿਆ ਜਾ ਰਿਹਾ। ਹੁਣ ਉਹ ਉਮੀਦਵਾਰ ਦੇ ਤੌਰ ਦੇ ਉੱਪਰ ਤਾਂ ਖੜੇ ਹੋਣਗੇ ਪਰ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਪਰ ਅੱਗੇ ਆਪਣਾ ਕਦਮ ਚੁੱਕਿਆ ਜਾਵੇਗਾ। ਇਸ ਬਾਰੇ ਕੀ ਹੈ ਹੋਰ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕ੍ਰਿਸਟਨ ਸਿਨੇਮਾ ਡੈਮੋਕ੍ਰੈਟਿਕ ਪਾਰਟੀ ਨੂੰ ਛੱਡ ਰਹੀ ਹੈ ਅਤੇ ਇੱਕ ਆਜ਼ਾਦ ਰਾਜਨੀਤੀ ਵਜੋਂ ਰਜਿਸਟਰ ਕਰ ਰਹੀ ਹੈ। ਇਸ ਗੱਲਬਾਤ ਦਾ ਖੁਲਾਸਾ ਉਸਨੇ CNN ਦੇ ਇੱਕ ਇੰਟਰਵਿਊ ਦੌਰਾਨ ਕੀਤਾ। ਸਿਨੇਮਾ ਨੇ ਆਪਣੇ ਸੈਨੇਟ ਦਫ਼ਤਰ ਵਿੱਚ ਟੈਪਰ ਨਾਲ ਵੀਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਐਰੀਜ਼ੋਨਾ ਆਜ਼ਾਦ ਵਜੋਂ ਰਜਿਸਟਰ ਕਰ ਰਹੀ ਹਾਂ। ਉਸਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਅਜਿਹਾ ਕਰਨ ਤੋਂ ਬਾਅਦ ਕੁਝ ਲੋਕ ਮੇਰੇ ਇਸ ਫੈਸਲੇ ਤੋਂ ਥੋੜਾ ਹੈਰਾਨ ਹੋ ਸਕਦੇ ਨੇ ਪਰ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਦਾ ਬਹੁਤ ਵੱਡਾ ਰਿਜ਼ਲਟ ਮਿਲੇਗਾ।
ਉਸਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਪਾਰਟੀ ਬਾਕਸ ਵਿੱਚ ਚੰਗੀ ਤਰ੍ਹਾਂ ਫਿੱਟ ਨਹੀਂ ਹੋਈ, ਨਾ ਹੀ ਮੈਂ ਕੋਸ਼ਿਸ਼ ਕੀਤੀ ਤੇ ਨਾ ਹੀ ਮੈਂ ਚਾਹੁੰਦੀ ਹਾਂ। ਉਸਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਪੱਖਪਾਤੀ ਢਾਂਚੇ ਤੋਂ ਪਾਸੇ ਕਰ ਰਹੀ ਹਾਂ। ਕ੍ਰਿਸਟਨ ਨੇ ਕਿਹਾ ਕਿ ਮੈਂ ਵੀ ਸੋਚਦੀ ਹਾਂ ਕਿ ਰਾਜ ਅਤੇ ਦੇਸ਼ ਭਰ ਦੇ ਬਹੁਤ ਸਾਰੇ ਲੋਕਾਂ ਲਈ ਇੱਕ ਥਾਂ ਪੈਦਾ ਹੋਵੇਗੀ ਜਿੱਥੇ ਪੱਖਪਾਤ ਤੋਂ ਥੱਕ ਚੁੱਕੇ ਲੋਕ ਕਿਨਾਰਾ ਕਰਨਗੇ। ਸਿਨੇਮਾ ਨੇ ਕਿਹਾ ਕਿ ਜਿਵੇਂ ਮੈਂ ਹਰ ਰੋਜ਼ ਹੁਣ ਕੰਮ ਤੇ ਆਉਂਦੀ ਹਾਂ, ਮੈਂ ਆਉਣ ਵਾਲੇ ਸਮੇਂ ਵਿੱਚ ਵੀ ਐਦਾਂ ਹੀ ਕੰਮ ਤੇ ਆਵਾਂਗੀ। ਉਸਨੇ ਕਿਹਾ ਕਿ ਮੈਂ ਕਮੇਟੀਆਂ ਦੀ ਸੇਵਾ ਕਰਦੀ ਰਵਾਂਗੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਦੋਵਾਂ ਰਾਜਨੀਤਿਕ ਪਾਰਟੀਆਂ ਵਿੱਚ ਆਪਣੇ ਸਾਥੀਆਂ ਨਾਲ ਵਧੀਆ ਕੰਮ ਕਰਨਾ ਜਾਰੀ ਰੱਖਾਂਗੀ। ਸੌਕਰ ਜਰਨਲਿਸਟ ਦੀ ਮੌਤ ਹੋ ਗਈ, ਜਿਸ ਬਾਰੇ ਫੈਡਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਕਿ ਕਤਰ ਦੇ ਵਿੱਚ ਜਿਸ ਵੇਲੇ ਉਹ ਵਰਲਡ ਕੱਪ ਦੌਰਾਨ ਰਿਪੋਰਟਿੰਗ ਕਰ ਰਹੇ ਸਨ, ਉਸ ਦੌਰਾਨ ਉਹਨਾਂ ਦੀ ਜਾਨ ਚਲੀ ਗਈ। ਮਸ਼ਹੂਰ ਫੁੱਟਬਾਲ ਪੱਤਰਕਾਰ ਗ੍ਰਾਂਟ ਬਾਹਲ ਦੀ ਹੋਈ ਮੌਤ। ਮਰਨ ਤੋਂ ਕੁਝ ਸਮਾਂ ਪਹਿਲਾਂ ਹੀ ਟਵੀਟ ਰਾਹੀਂ ਮੈਚ ਦੇ ਦਿੱਤੇ ਸਨ ਅਪਡੇਟ। US ਸੋਕਰ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਸ਼ਹੂਰ ਫੁੱਟਬਾਲ ਪੱਤਰਕਾਰ ਗ੍ਰਾਂਟ ਬਾਹਲ ਦੀ ਮੌਤ ਹੋ ਚੁੱਕੀ ਹੈ। 48 ਸਾਲਾ ਬਾਹਲ ਵਿਸ਼ਵ ਕੱਪ ਨੂੰ ਕਵਰ ਕਰਨ ਦੇ ਲਈ ਕਤਰ ਵਿੱਚ ਸਨ ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ। ਬਾਹਲ ਦੇ ਏਜੰਟ ਟਿਮ ਸਕੈਨਲਨ ਨੇ ਕਿਹਾ ਕਿ ਅਰਜਨਟੀਨਾ ਅਤੇ ਨੀਦਰਲੈਂਡ ਦੇ ਵਿਚਕਾਰ ਕੁਆਰਟਰ ਫਾਈਨਲ ਮੈਚ ਦੌਰਾਨ ਜਦੋਂ ਦੋਵੇਂ ਟੀਮਾਂ ਵਾਧੂ ਸਮੇਂ ਵਿੱਚ ਖੇਡਣਾ ਸ਼ੁਰੂ ਕਰ ਰਹੀਆਂ ਸਨ ਤਾਂ ਪੱਤਰਕਾਰ ਨੂੰ ਸਟੇਡੀਅਮ ਦੇ ਪ੍ਰੈਸ ਰੂਮ ਵਿੱਚ ਕਿਸੇ ਕਿਸਮ ਦੀ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪੈਰਾਮੈਡਿਕਸ ਨੂੰ ਮੌਕੇ ਉੱਤੇ ਬੁਲਾਇਆ ਗਿਆ, ਸਕੈਨਲਨ ਨੇ ਕਿਹਾ, ਪਰ ਉਹ ਉਸ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਮਰਥ ਰਹੇ। ਕਤਰ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਹਲ ਨੂੰ ਸਾਈਟ ਉੱਤੇ ਤੁਰੰਤ ਡਾਕਟਰੀ ਇਲਾਜ ਮਿਲਿਆ, ਜੋ ਕਿ ਜਾਰੀ ਰਿਹਾ ਕਿਉਂਕਿ ਉਸ ਨੂੰ ਐਂਬੂਲੈਂਸ ਦੁਆਰਾ ਹਮਦ ਜਨਰਲ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ। ਮੌਤ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ। ਬਾਹਲ ਮੈਚ ਦੌਰਾਨ ਟਵੀਟ ਕਰ ਰਿਹਾ ਸੀ ਜੋ ਉਸਨੇ ਕਵਰ ਕੀਤੇ 8ਵੇਂ ਵਿਸ਼ਵ ਕੱਪ ਦਾ ਹਿੱਸਾ ਸੀ। US ਸੋਕਰ ਫੈਡਰੇਸ਼ਨ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਜਾਣ ਕੇ ਪੂਰਾ US ਫੁੱਟਬਾਲ ਪਰਿਵਾਰ ਬਹੁਤ ਦੁਖੀ ਹੈ ਤੇ ਅਸੀਂ ਗ੍ਰਾਂਟ ਬਾਹਲ ਨੂੰ ਗਵਾ ਚੁੱਕੇ ਹਾਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਰੀ 'ਚ ਕਤਲ ਕੀਤੀ ਪੰਜਾਬਣ ਦੀ ਪਹਿਚਾਣ ਜਨਤਕ, ਪਤੀ ਘਰੇਲੂ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਅਪਡੇਟ, ਉਮੀਦਵਾਰਾਂ ਨੂੰ ਜਾਰੀ ਕੀਤੇ ਸੱਦੇ। ਘਰਾਂ ਦੀ ਯੋਜਨਾ ਬਾਰੇ ਮੇਅਰ ਨੇ ਕੀਤੇ ਬਦਲਾਵ, 2 ਲੱਖ ਤੋਂ ਵੱਧ ਘਰ ਬਣਾਉਣ ਦੀ ਹੈ ਯੋਜਨਾ। ਬ੍ਰਿਟਿਸ਼ ਕੋਲੰਬੀਆ ਵਿੱਚ ਫਲੂ ਕਾਰਨ 6 ਬੱਚਿਆਂ ਦੀ ਗਈ ਜਾਨ, ਹਾਲਾਤਾਂ ਨੂੰ ਦੇਖਦਿਆਂ ਟੀਕੇ ਲਗਾਉਣ ਦੀ ਸ਼ੁਰੂਆਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਦਰਬੀਰ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।